ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GDS ਐਜੂਕੇਸ਼ਨ ਦੇ ਵਿੱਚ। ਤੁਹਾਡੇ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਘਰ ਘਰ ਰੁਜ਼ਗਾਰ ਦੇ ਤਹਿਤ ਜੋ ਨੌਕਰੀਆਂ ਕੱਢੀਆਂ ਗਈਆਂ ਨੇ, ਇਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੋ PSTCL ਦੀਆਂ ਜੋ ਪੋਸਟਾਂ ਸੀ, ਜੋ ਕਾਫੀ ਸਮੇਂ ਤੋਂ ਆ ਰਿਹਾ ਸੀ ਵੀ ਇਹ ਪੋਸਟਾਂ ਜੋ ਇਹਨਾਂ ਦਾ ਨੋਟੀਫਿਕੇਸ਼ਨ ਆਊਟ ਹੋਣਾ, ਪਰ ਉਸ ਤੋਂ ਬਾਅਦ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀਗਾ। ਅਖੀਰ ਅੱਜ ਇਹ ਪੋਸਟਾਂ ਦਾ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਉਹ ਆ ਚੁੱਕਿਆ ਗਾ। ਇਸ ਦੇ ਵਿੱਚ ਕਿਹੜੀਆਂ ਪੋਸਟਾਂ ਨੇ, ਕਦੋਂ ਇਸ ਦੇ ਫਾਰਮ ਭਰਨੇ ਸ਼ੁਰੂ ਹੋਣਗੇ, ਕਦੋਂ ਆਖਰੀ ਡੇਟ ਹੈ, ਫੀਸ ਇਸ ਦੀ ਕਿਸ ਤਰ੍ਹਾਂ ਭਰੀ ਜਾਵੇਗੀ, ਇਸ ਦੇ ਵਿੱਚ ਕਿਹੜੀਆਂ ਪੋਸਟਾਂ ਹਨ, ਕਿੰਨੀ ਗਿਣਤੀ ਹੈ ਅਤੇ ਕੌਣ ਉਹਨਾਂ ਪੋਸਟਾਂ ਨੂੰ ਭਰ ਸਕਦਾ ਹੈ, ਉਹਨਾਂ ਲਈ ਅਪਲਾਈ ਕਰ ਸਕਦਾ ਹੈ, ਐਲੀਜੀਬਿਲਟੀ ਕੀ ਹੈ, ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ। ਦੋਸਤੋ, ਜੇਕਰ ਤੁਸੀਂ ਇਸ ਚੈਨਲ 'ਤੇ ਪਹਿਲੀ ਵਾਰ ਇਹ ਵੀਡੀਓ ਵੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦੱਬ ਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਉਸ ਦੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸ ਦੇ ਉੱਪਰ ਵੀ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਨੂੰ ਕਰੋ ਔਨ, ਤਾਂ ਜੋ ਤੁਹਾਨੂੰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਭ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਦੋਸਤੋ, ਇਸ ਦੇ ਵਿੱਚ ਜੋ ਸਭ ਤੋਂ ਪਹਿਲਾਂ ਜੋ ਫਾਰਮ ਭਰਨ ਦੀ ਇਸ ਦੀ ਜੋ ਡੇਟ ਹੈ, ਓਪਨਿੰਗ ਡੇਟ ਫॉर ऑनलाइन रजिस्ट्रेशन ऑफ एप्लीकेशन ਉਹ 26/4/2021 ਤੋਂ ਸਵੇਰੇ 10 ਵਜੇ ਤੋਂ ਭਰੀ ਜਾਵੇਗੀ। ਕੱਲ੍ਹ ਸਵੇਰੇ 10 ਵਜੇ ਤੋਂ ਭਰੀ ਜਾਵੇਗੀ। ਜੋ ਇਸ ਦੀ ਲਾਸਟ ਡੇਟ ਭਰਨ ਦੀ ਫਾਰਮ ਭਰਨ ਦੀ ਜੋ ਲਾਸਟ ਡੇਟ ਹੈ ਉਹ ਹੈ 17 ਮਈ 2021 5 ਵਜੇ ਤੱਕ। ਇਸ ਦੇ ਵਿੱਚ ਦੋਸਤੋ ਜੋ ਮੇਨ ਗੱਲ ਹੈ, ਇਸ ਦੇ ਵਿੱਚ ਜਿਹੜੀ ਫੀਸ ਹੈ, ਲਾਸਟ ਜੋ ਡੇਟ ਹੈ ਫੀਸ ਡਿਪੋਜ਼ਿਟ ਕਰਨ ਦੀ, ਉਹ ਤੁਹਾਡੀ ਹੈ 19/5/2021। ਇਹ ਜੋ ਫੀਸ ਹੈ ਇਹ ਬੈਂਕ ਦੇ ਜੋ ਕੰਮ ਕਰਨ ਦੇ ਘੰਟੇ ਨੇ ਉਹਨਾਂ ਦੇ ਵਿੱਚ ਹੀ ਭਰੀ ਜਾ ਸਕਦੀ ਹੈ। ਜੋ ਇਸ ਦਾ ਨੋਟੀਫਿਕੇਸ਼ਨ ਹੈ ਉਹ ਇਸ ਦੀ ਅਫੀਸ਼ੀਅਲ ਵੈਬਸਾਈਟ www.pstcl.org 'ਤੇ ਅਪਲੋਡ ਹੈ। ਉਸ ਦੇ ਵਿੱਚ ਰਿਕਰੂਟਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ। ਇਸ ਦੇ ਵਿੱਚ ਕਿਹੜੀਆਂ ਪੋਸਟਾਂ ਨੇ, ਇਸ ਦੀ ਫੁੱਲ ਡਿਟੇਲ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈ ਪੋਸਟ ਕੋਡ, ਉਸ ਤੋਂ ਬਾਅਦ ਨੇਮ ਆਫ ਪੋਸਟ, ਨੰਬਰ ਆਫ ਪੋਸਟ, ਬੇਸਿਕ ਐਂਡ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਐਂਡ ਪੇ ਸਕੇਲ। ਸਭ ਤੋਂ ਪਹਿਲਾਂ ਜੋ ਪੋਸਟ ਕੋਡ ਹੈ 5151 ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ। ਇਹ ਅਸਿਸਟੈਂਟ ਇੰਜੀਨੀਅਰ ਜੋ ਆਪਾਂ STO ਦੀ ਪੋਸਟ ਕਹਿ ਦਿੰਦੇ ਹਾਂ, ਉਹ ਪੋਸਟ ਹੈ। ਇਸ ਦੇ ਲਈ ਗਿਣਤੀ ਕਿੰਨੀ ਹੈ? ਇਸ ਦੇ ਲਈ 43 ਪੋਸਟਾਂ ਨੇ ਅਸਿਸਟੈਂਟ ਇੰਜੀਨੀਅਰ ਦੇ ਲਈ। ਇਸ ਦੇ ਵਿੱਚ ਜੋ ਕੁਆਲੀਫਿਕੇਸ਼ਨ ਹੈ ਤੁਹਾਡੀ, ਇਸ ਦੇ ਵਿੱਚ ਤੁਹਾਡੀ ਫੁੱਲ ਟਾਈਮ ਮਤਲਬ ਕਿ ਰੈਗੂਲਰ ਜੋ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਰੈਗੂਲਰ ਦੇ ਵਿੱਚ ਤੁਹਾਡੀ BE ਬੈਚਲਰ ਆਫ ਇੰਜੀਨੀਅਰਿੰਗ, BTech ਬੈਚਲਰ ਆਫ ਟੈਕਨੋਲੋਜੀ, BSc ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਔਰ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿਦ ਮਿਨੀਮਮ ਜੋ ਤੁਹਾਡੇ ਹਨ ਉਹ 60% ਮਾਰਕਸ ਹੋਣੇ ਚਾਹੀਦੇ ਨੇ। ਇਕੁਇਵਲੈਂਟ ਡਿਗਰੀ ਰੈਕੋਗਨਾਈਜ਼ਡ ਬਾਈ AICTE, ਮਤਲਬ ਇਹ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ, ਜਾਂ AMIE ਵਿਦ 60% ਮਾਰਕਸ ਫਰੋਮ ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਇੰਡੀਆ ਕੋਲਕਾਤਾ। ਇਸ ਦੇ ਵਿੱਚ ਪੇ ਸਕੇਲ ਦੀ ਜੋ ਗੱਲ ਕੀਤੀ ਗਈ ਹੈ, ਪੇ ਸਕੇਲ ਟੂ ਬੀ paid on this post shall not be higher than the pay scale admissible by the Secretariat of Government of India। ਇਸ ਦੇ ਵਿੱਚ ਤੁਹਾਨੂੰ ਗੱਲ ਜੋ ਪੇ ਸਕੇਲ ਦੀ ਕੀਤੀ ਗਈ ਹੈ ਉਹ ਜੋ 7th ਪੇ ਸਕੇਲ ਹੈ ਗਵਰਨਮੈਂਟ ਆਫ ਇੰਡੀਆ ਦਾ, ਉਸ ਦੇ ਅਕੋਰਡਿੰਗ ਤੁਹਾਨੂੰ ਜੋ ਪੰਜਾਬ ਸਰਕਾਰ ਨੇ ਹੁਣ ਜਾਰੀ ਕੀਤਾ ਹੈ ਉਸ ਦੇ ਅਕੋਰਡਿੰਗ ਤੁਹਾਨੂੰ ਜੋ ਸੈਲਰੀ ਮਿਲੇਗੀ। ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ 17/7/2020 ਨੂੰ ਜਾਰੀ ਕੀਤਾ ਗਿਆ ਸੀਗਾ ਪੇ ਦੇ ਸੰਬੰਧੀ, ਉਸ ਦੇ ਅਕੋਰਡਿੰਗ ਤੁਹਾਨੂੰ ਇਹ ਜੋ ਸੈਲਰੀ ਉਹ ਮਿਲੇਗੀ। ਦੂਸਰੀ ਇਸ ਦੇ ਵਿੱਚ ਪੋਸਟ ਆ ਜਾਂਦੀ ਹੈ ਜਿਸ ਦਾ ਪੋਸਟ ਕੋਡ ਹੈ 52 ਅਸਿਸਟੈਂਟ ਇੰਜੀਨੀਅਰ ਅਦਰ ਸਿਵਲ। ਇਸ ਦੇ ਵਿੱਚ ਤੁਹਾਨੂੰ ਇਸ ਦੇ ਵਿੱਚ ਜੋ ਟੋਟਲ ਪੋਸਟਾਂ ਹਨ ਉਹ ਹਨ 6। ਫੁੱਲ ਟਾਈਮ ਰੈਗੂਲਰ ਬੈਚਲਰ ਆਫ ਇੰਜੀਨੀਅਰਿੰਗ, ਉੱਦਾਂ ਹੀ ਸੇਮ ਇਹ ਵੀ STO ਦੀ ਪੋਸਟ ਹੈ। BE ਬੈਚਲਰ ਇੰਜੀਨੀਅਰਿੰਗ, BTech, BSc ਇੰਜੀਨੀਅਰਿੰਗ ਇਨ ਸਿਵਲ ਇੰਜੀਨੀਅਰਿੰਗ। ਇਸ ਦੇ ਵਿੱਚ ਵੀ ਜੋ ਪੇ ਸਕੇਲ ਹੈ ਉਹ ਜੋ 7th ਪੇ ਸਕੇਲ ਹੈ ਜੋ ਗੌਰਮੈਂਟ ਨੇ ਲਾਗੂ ਕੀਤਾ ਹੈ, ਉਸ ਦੇ ਅਕੋਰਡਿੰਗ ਹੀ ਤੁਹਾਨੂੰ ਜੋ ਸੈਲਰੀ ਮਿਲੇਗੀ। ਇਸ ਦੇ ਵਿੱਚ ਵੀ ਜੋ ਤੁਹਾਨੂੰ ਮਿਨੀਮਮ ਮਾਰਕਸ ਨੇ ਉਹ 60% ਚਾਹੀਦੇ ਨੇਗੇ। ਡਿਗਰੀ ਹੋਣੀ ਤੁਹਾਡੀ ਮਾਨਤਾ ਪ੍ਰਾਪਤ AICTE ਤੋਂ ਹੋਣੀ ਚਾਹੀਦੀ ਹੈ। AMIE ਤੋਂ ਸਿਵਲ ਇੰਜੀਨੀਅਰਿੰਗ ਵਿੱਚ ਤੁਹਾਡੇ ਮਿਨੀਮਮ 60% ਮਾਰਕਸ ਹੋਣੇ ਚਾਹੀਦੇ ਨੇ।
ਉਹੀ ਜੋ ਇਸਦਾ ਪੇ ਸਕੇਲ ਹੈ ਉਹ ਸੇਮ ਜੋ ਪੰਜਾਬ ਸਰਕਾਰ ਦੇ ਵੱਲੋਂ 17/7/2020 ਨੂੰ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਅਕੋਰਡਿੰਗ ਹੀ ਮਿਲੇਗਾ। ਅਗਲੀ ਜੋ ਪੋਸਟ ਹੈ ਉਸਦਾ ਪੋਸਟ ਕੋਡ ਹੈ 5555 ਅਕਾਊਂਟ ਆਫਿਸਰ ਦੀ। ਇਸ ਦੇ ਵਿੱਚ ਤੁਹਾਨੂੰ ਜੋ ਟੋਟਲ ਪੋਸਟਾਂ ਨੇ ਇਹ 7 ਪੋਸਟਾਂ ਨੇ। ਇਸ ਦੀਆਂ ਜੋ ਤੁਹਾਡੀ ਡਿਗਰੀਆਂ ਹਨ ਉਹ CA ਚਾਰਟਰਡ ਅਕਾਊਂਟੈਂਟ, CWA, CMA। ਇਸ ਦੇ ਵਿੱਚ ਵੀ ਜੋ ਪੇ ਸਕੇਲ ਹੈ ਉਹ ਸੇਮ ਉਸੇ ਤਰ੍ਹਾਂ ਦਾ 7th ਪੇ ਸਕੇਲ ਦੇ ਅਕੋਰਡਿੰਗ ਹੀ ਦਿੱਤਾ ਜਾਵੇਗਾ ਜੋ ਪੰਜਾਬ ਸਰਕਾਰ ਦੇ ਵੱਲੋਂ ਨੋਟਿਸ ਜਾਰੀ ਕੀਤਾ ਹੋਇਆ ਹੈ 17/7/2020 ਨੂੰ। ਅਗਲੀ ਪੋਸਟ ਹੈ 65 ਅਸਿਸਟੈਂਟ ਮੈਨੇਜਰ HR। ਇਸ ਦੇ ਵਿੱਚ ਜੋ ਤੁਹਾਡੀ ਕੁਆਲੀਫਿਕੇਸ਼ਨ ਹੈ 2 ਸਾਲ 2 ईयर फुल टाइम रेगुलर MBA डिग्री और पोस्ट ग्रेजुएट डिप्लोमा रिकोगनाइज्ड बाय AICTE विद स्पैशलाइजेशन इन HR एंड IR एटलीस्ट जो ਤੁਹਾਡੇ ਘੱਟੋ ਘੱਟ ਨੇ 60% ਨੰਬਰ ਹੋਣੇ ਚਾਹੀਦੇ ਨੇ। ਇਹ ਵੀ ਤੁਹਾਡੀ ਰੈਗੂਲਰ ਹੋਣੀ ਚਾਹੀਦੀ ਹੈ। ਇਹ ਤੁਹਾਡੀ ਜੋ ਡਿਸਟੈਂਸ ਹੁੰਦੀ ਹੈ ਪ੍ਰਾਈਵੇਟ ਦੇ ਤੌਰ 'ਤੇ ਆਪਾਂ ਕਰਦੇ ਹਾਂ ਉਹ ਨਹੀਂ ਹੋਵੇਗੀ, ਰੈਗੂਲਰ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਤੁਹਾਨੂੰ ਰੈਗੂਲਰ PSPCL ਤੁਸੀਂ ਇੰਪਲਾਏ ਹੋ, 2 ਤੋਂ 3 साल MBA डिग्री है, पोस्ट ग्रेजुएशन डिप्लोमा और डिस्टेंस एजुकेशन जो ਤੁਹਾਡੀ ਡੂਅਲੀ ਰਿਕਗਨਾਈਜ਼ਡ ਬਾਈ AICTE ਸਪੈਸ਼ਲਾਈਜੇਸ਼ਨ HR IR ਐਂਡ ਹੈਵਿੰਗ। ਤੁਹਾਡੇ ਕੋਲ ਜੇ ਤੁਸੀਂ PSPCL ਔਰ PSTCL ਦੇ ਇੰਪਲਾਈ ਹੋ, ਤੁਹਾਡੇ ਕੋਲ 3 ਸਾਲ ਦਾ ਜੋ ਐਕਸਪੀਰੀਅੰਸ ਆ ਔਰ ਤੁਹਾਡੀ ਭਾਵੇਂ ਡਿਸਟੈਂਸ ਦੇ ਨਾਲ ਵੀ ਡਿਗਰੀ ਕੀਤੀ ਹੋਈ ਤਾਂ ਤੁਹਾਡੀ ਉਸ ਦੀ ਐਲੀਜੀਬਿਲਟੀ ਹੋਵੇਗੀ। ਅਗਲੀ ਜੋ ਇਸ ਦੇ ਵਿੱਚ ਵੀ ਜੋ ਪੇ ਸਕੇਲ ਹੈ, ਪੇ ਸਕੇਲ ਸੇਮ ਰਹੇਗਾ ਜੋ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਹੈ। ਅਗਲੀ ਜੋ ਪੋਸਟ ਹੈ ਇਸ ਦਾ ਪੋਸਟ ਕੋਡ ਹੈ 21 ਅਸਿਸਟੈਂਟ ਮੈਨੇਜਰ IT। ਇਸ ਦੇ ਵਿੱਚ ਪੋਸਟ ਹੈ 1। ਇਹਦੇ ਵਿੱਚ ਵੀ ਤੁਹਾਡੀ ਕੁਆਲੀਫਿਕੇਸ਼ਨ ਜੋ ਹੈ ਫੁੱਲ ਟਾਈਮ ਰੈਗੂਲਰ BTech, ਬੈਚਲਰ ਆਫ ਇੰਜੀਨੀਅਰਿੰਗ, BE BSc ਇੰਜੀਨੀਅਰਿੰਗ ਇਨ ਕੰਪਿਊਟਰ ਸਾਇੰਸ IT ਵਿਦ ਮਿਨੀਮਮ 60% ਮਾਰਕਸ ਔਰ ਇਕੁਇਵਲੈਂਟ ਡਿਗਰੀ ਇਨ ਰਿਸਪੈਕਟਿਵ ਡਿਸਪਲਿਨ ਰਿਕਗਨਾਈਜ਼ਡ ਜੋ ਆਪਣੀ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ, ਮਾਨਤਾ ਪ੍ਰਾਪਤ ਆਪਣੀ ਸੰਸਥਾ ਤੋਂ ਕੀਤੀ ਹੋਣੀ ਚਾਹੀਦੀ ਹੈ। और ਜਾਂ फुल टाइम रेगूलर ਤੁਹਾਡੀ MCA फ्रॉम इंस्टीट्यूशन यूनिवर्सिटी रिकगनाइज्ड अप्रूव्ड बाय स्टेट सेंट्रल गवर्नमेंट विद एटलीस्ट ਜੋ ਘੱਟੋ ਘੱਟ ਤੁਹਾਡੇ 60% ਨੰਬਰ ਹੋਣੇ ਚਾਹੀਦੇ ਨੇਗੇ। ਇਸ ਦੇ ਵਿੱਚ ਅਗਲੀ ਫੁੱਲ ਟਾਈਮ ਰੈਗੂਲਰ ਮਾਸਟਰ ਡਿਗਰੀ ਇਨ IT फ्रॉम इंस्टीट्यूशन ਕਿਸੇ ਵੀ ਯੂਨੀਵਰਸਿਟੀ, ਕਿਸੇ ਵੀ ਕਾਲਜ ਜਾਂ ਸਟੇਟ ਅਪਰੂਵਡ ਜੋ ਵੀ ਸੈਂਟਰ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਵੀ ਤੁਹਾਨੂੰ ਘੱਟੋ ਘੱਟ 60% ਨੰਬਰ ਚਾਹੀਦੇ ਨੇ। ਪੇ ਸਕੇਲ ਇਹਦਾ ਵੀ ਸੇਮ ਹੈ। ਅਗਲੀ ਪੋਸਟ ਹੈ डिवीजनल अकाउंटेंट। इस दे जो पोस्ट कोड है वो है 5656। इस दे विच तुहानूं टोटल पोस्टां 10 ने, 10 पोस्टां ने फुल टाइम रैगूलर BCom फ्रॉम किसी भी कॉलेज इंस्टीट्यूशन रिकगनाइज्ड यूनीवर्सिटी तो जो अप्रूवड होवे और मानता प्राप्त होवे, घट्टो घੱਟ तुहानूं 60% नंबरां दे नाल वो पास कीती होनी चाहिदी है। जां तुहाडे कोल फुल टाइम रैगूलर MCom फ्रॉम किसी भी रिकगनाइज्ड कॉलेज यूनीवर्सिटी जां कोई भी इंस्टीट्यूशन जो मानता प्राप्त होवे, 50% ਤੁਹਾਡੇ ਘੱਟੋ ਘੱਟ ਨੰਬਰ ਹੋਣੇ ਚਾਹੀਦੇ ਨੇ। ਜੋ CA ਇੰਟਰ ਔਰ CWA ਇੰਟਰ ਔਰ CMA ਜਾਂ ਤੁਹਾਡੇ ਕੋਲ ਇਹ ਹੋਣੀ ਚਾਹੀਦੀ ਹੈ। ਪੇ ਸਕੇਲ ਇਹਦਾ ਵੀ ਸੇਮ ਹੈ। ਇਸ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਪੋਸਟ ਲਈ ਐਲੀਜੀਬਲ ਹੋ, ਤੁਸੀਂ ਕਿਹੜੀ ਡਿਗਰੀ ਕੀਤੀ ਹੈ, ਉਸ ਦੇ ਅਕੋਰਡਿੰਗ ਇਹ ਸਾਰੇ ਤੁਹਾਨੂੰ ਡਿਟੇਲ ਦੱਸੀ ਜਾ ਰਹੀ ਹੈ। ਇਸ ਦੇ ਅਕੋਰਡਿੰਗ ਤੁਸੀਂ ਇਹ ਸਾਰੀ ਆਪਣੀ ਜੋ ਪੋਸਟ ਹੈ ਉਹ ਭਰ ਸਕਦੇ ਹੋ। ਅਗਲੀ ਪੋਸਟ ਹੈ ਇਸ ਦਾ ਪੋਸਟ ਕੋਡ ਹੈ 53 ਜੂਨੀਅਰ ਇੰਜੀਨੀਅਰ ਸਬ ਸਟੇਸ਼ਨ। ਇਹਦੀਆਂ ਜੋ ਪੋਸਟਾਂ ਨੇ 200 ਪੋਸਟਾਂ ਨੇ। ਫੁੱਲ ਟਾਈਮ ਤੁਹਾਡਾ 3 ਜਾਂ 4 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰ ਦੇ ਵਿੱਚ ਜੋ ਕਿ ਤੁਹਾਡਾ ਮਾਨਤਾ ਪ੍ਰਾਪਤ ਕਾਲਜ, ਸਟੇਟ ਯੂਨੀਵਰਸਿਟੀ ਜਾਂ ਕਿਸੇ ਵੀ ਇੰਸਟੀਟਿਊਸ਼ਨ ਤੋਂ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਡੇ ਘੱਟੋ ਘੱਟ 60% ਨੰਬਰ ਹੋਣੇ ਚਾਹੀਦੇ ਨੇ, 60% ਮਾਰਕਸ ਹੋਣੇ ਚਾਹੀਦੇ ਨੇ। ਔਰ ਜਾਂ ਤੁਹਾਡੀ BE BTech BSc ਇੰਜੀਨੀਅਰਿੰਗ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੇ ਵਿੱਚ ਹੋਣੀ ਚਾਹੀਦੀ ਹੈ ਵਿਦ ਮਿਨੀਮਮ 50% ਮਾਰਕਸ। ਔਰ ਤੁਹਾਡੀ ਜਿਹੜੀ ਡਿਗਰੀ ਹੈ ਉਹ AICTE ਤੋਂ ਅਪਰੂਵਡ ਹੋਣੀ ਚਾਹੀਦੀ ਹੈ। ਜਾਂ ਤੁਹਾਡੀ AMI ਇਲੈਕਟ੍ਰੀਕਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਐਟਲੀਸਟ 50% ਜੋ ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਇੰਡੀਆ ਕੋਲਕਾਤਾ ਤੋਂ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਤੁਹਾਨੂੰ ਜੋ ਪੇ ਸਕੇਲ ਆ ਉਹ ਜੋ ਸੇਮ ਪੰਜਾਬ ਸਰਕਾਰ ਦੇ ਵੱਲੋਂ ਦੱਸਿਆ ਗਿਆ ਉਸ ਦੇ ਅਕੋਰਡਿੰਗ ਹੀ ਮਿਲੇਗੀ। ਅਗਲੀ ਜੋ ਪੋਸਟ ਹੈ ਉਹ ਹੈ ਜੂਨੀਅਰ ਇੰਜੀਨੀਅਰ ਸਿਵਲ। ਇਸ ਦੇ ਵਿੱਚ ਜਿਸਦਾ ਕੋਡ ਹੈ ਉਹ ਹੈ 54। ਇਸ ਦੇ ਵਿੱਚ ਪੋਸਟਾਂ ਹਨ ਟੋਟਲ 15। ਫੁੱਲ ਟਾਈਮ ਤੁਹਾਡਾ 3 ਤੋਂ 4 ਸਾਲ ਦਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਡਿਪਲੋਮਾ ਹੋਣਾ ਚਾਹੀਦਾ, ਰਿਕਗਨਾਈਜ਼ਡ ਉਹੀ ਸੇਮ ਜੋ ਕਿਸੇ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈਗਾ। ਮਿਨੀਮਮ ਤੁਹਾਡੇ 60% ਨੰਬਰ ਹੋਣੇ ਚਾਹੀਦੇ ਨੇ। ਜਾਂ ਤੁਹਾਡੀ BE BTech BSc ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ
ਵਿਦ ਮਿਨੀਮਮ 50% ਮਾਰਕਸ ਔਰ ਇਕੂਵਲੈਂਟ ਡਿਗਰੀ ਰੈਕਗਨਾਈਜ਼ਡ ਹੋਣੀ ਚਾਹੀਦੀ ਆ। ਜਾਂ ਤੁਹਾਡੀ AMIE ਇਨ ਸਿਵਲ ਇੰਜੀਨੀਅਰਿੰਗ ਐਟਲੀਸਟ 50% ਮਾਰਕਸ ਫਰੋਮ ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਇੰਡੀਆ ਕੋਲਕਾਤਾ ਤੋਂ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਵੀ ਤੁਹਾਨੂੰ ਜੋ ਸੇਮ ਪੇ ਸਕੇਲ ਆ ਉਹ ਮਿਲੇਗਾ। ਇਹ ਤੁਹਾਡੀ ਜੋ ਕੁਆਲੀਫਿਕੇਸ਼ਨ ਹੈ ਇਸ ਦੇ ਵਿੱਚ ਹੋਣੀ ਚਾਹੀਦੀ ਹੈ। ਤੁਹਾਡੇ ਮਾਰਕਸ ਵੀ ਦੱਸੇ ਗਏ ਨੇ ਵੀ ਕਿੰਨੇ % ਹੋਣੇ ਚਾਹੀਦੇ ਨੇ। ਜੇ ਤੁਹਾਡੀ ਇਹ ਕੁਆਲੀਫਿਕੇਸ਼ਨ ਬਣਦੀ ਹੈ ਤਾਂ ਹੀ ਤੁਸੀਂ ਇਸ ਭਰਤੀ ਦੇ ਜੋ ਪੋਸਟ ਹੈ ਇਸ ਦੇ ਯੋਗ ਹੋ। ਜੇ ਤੁਹਾਡੀ ਇਸ ਦੇ ਯੋਗ ਕੁਆਲੀਫਿਕੇਸ਼ਨ ਨਹੀਂ ਬਣਦੀ ਤਾਂ ਤੁਸੀਂ ਇਸ ਪੋਸਟ ਨੂੰ ਨਹੀਂ ਭਰ ਸਕਦੇ। ਅਗਲਾ ਜੋ ਹੈ ਉਹ ਹੈ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ। ਇਸ ਦਾ ਪੋਸਟ ਕੋਡ ਹੈ 13। ਇਸ ਦੇ ਵਿੱਚ ਜੋ ਟੋਟਲ ਪੋਸਟਾਂ ਦੀ ਗਿਣਤੀ ਹੈ ਉਹ 11। ਇਸ ਦੇ ਵਿੱਚ ਵੀ ਤੁਹਾਨੂੰ ਫੁੱਲ ਟਾਈਮ ਰੈਗੂਲਰ 3 ਤੋਂ 4 ਸਾਲ ਦਾ ਡਿਪਲੋਮਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਟੈਲੀਕਮਿਊਨੀਕੇਸ਼ਨ ਦੇ ਵਿੱਚ ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਤੁਹਾਡਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਜਾਂ ਤੁਹਾਡੀ BE BTech BSc ਇੰਜੀਨੀਅਰਿੰਗ ਇਲੈਕਟ੍ਰੋਨਿਕਸ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਦ ਮਿਨੀਮਮ ਤੁਹਾਡੇ 50% ਨੰਬਰ ਹੋਣੇ ਚਾਹੀਦੇ ਨੇ। ਤੁਹਾਡੀ ਇਕੁਇਵਲੈਂਟ ਡਿਗਰੀ ਜਾਂ ਅਪਰੂਵਡ ਬਾਈ AICTE ਤੋਂ ਹੋਣੀ ਚਾਹੀਦੀ ਹੈ। ਜਾਂ AMIE ਇਨ ਇਲੈਕਟ੍ਰੋਨਿਕਸ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਐਟ ਲੀਸਟ 50% ਮਾਰਕਸ ਫਰੋਮ ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਇੰਡੀਆ ਕੋਲਕਾਤਾ ਤੋਂ ਹੋਣਾ ਚਾਹੀਦਾ। ਪੇ ਸਕੇਲ ਇਸ ਦੇ ਵਿੱਚ ਵੀ ਤੁਹਾਨੂੰ ਜੋ ਉੱਪਰ ਨੋਟਿਸ ਹੈ ਪੰਜਾਬ ਸਰਕਾਰ ਦਾ ਉਸ ਦੇ ਅਕੋਰਡਿੰਗ ਹੀ ਦਿੱਤਾ ਜਾਵੇਗਾ, ਜੋ ਕਿ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ 17/7/2020 ਨੂੰ। ਇਸ ਤੇ ਅਗਲੀ ਜੋ ਪੋਸਟ ਹੈ ਉਹ ਹੈ ਟੈਲੀਫੋਨ ਮਕੈਨਿਕ ਦੀ। ਇਸ ਦੇ ਵਿੱਚ ਜੋ ਪੋਸਟ ਕੋਡ ਹੈ ਉਹ ਹੈ 17। ਟੋਟਲ ਪੋਸਟਾਂ ਹਨ 15। ਇਸ ਦੇ ਵਿੱਚ ਤੁਸੀਂ ਮੈਟ੍ਰਿਕ ITI 10ਵੀਂ ਅਤੇ ITI ਤੋਂ 2 ਸਾਲ ਦਾ ਰੇਡੀਓ ਮਕੈਨਿਕ ਅਤੇ ਵਾਇਰਲੈਸ ਮਕੈਨਿਕ ਦੇ ਟ੍ਰੇਡ ਵਿੱਚ ਕ੍ਰਾਫਟਸਮੈਨ ਕੋਰਸ ਸਰਟੀਫਿਕੇਟ ਰਾਜ ਕੇਂਦਰੀ ਸਰਕਾਰ ਤੋਂ ਮਾਨਤਾ ਪ੍ਰਾਪਤ ਜੋ ਸੰਸਥਾਵਾਂ ਨੇ ਉਹਨਾਂ ਤੋਂ ਪਾਸ ਕੀਤਾ ਹੋਵੇ। ਜਾਂ ਜੋ ਦੂਸਰਾ ਹੈ ਉਹ ਤੁਸੀਂ ਮੈਟ੍ਰਿਕ ਐਂਡ ਟੈਲੀਕਮਿਊਨੀਕੇਸ਼ਨ ਟ੍ਰੇਨਿੰਗ ਸੈਂਟਰ ਅਤੇ ਪੋਸਟ ਤੇ ਟੈਲੀਗ੍ਰਾਫ ਵਿਭਾਗ ਤੋਂ ਟੈਲੀਫੋਨ ਮਕੈਨਿਕ ਦਾ ਕੋਰਸ ਰਾਜ ਕੇਂਦਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਜੋ ਸੰਸਥਾਵਾਂ ਨੇ ਉਹਨਾਂ ਤੋਂ ਹੀ ਕੀਤਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਇਸ ਦੇ ਲਈ ਯੋਗ ਮੰਨੇ ਜਾਵੋਗੇ। ਇਸ ਅਗਲੀ ਜੋ ਇਸ ਦੇ ਵਿੱਚ ਹੀ ਕੁਆਲੀਫਿਕੇਸ਼ਨ ਹੈ, ਜਾਂ ਤੁਸੀਂ ਫੁੱਲ ਟਾਈਮ ਰੈਗੂਲਰ 3 ਤੋਂ 4 ਈਅਰ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਫਰੋਮ ਰਿਕਗਨਾਈਜ਼ਡ ਅਪਰੂਵਡ ਸਟੇਟ ਔਰ ਬਾਈ ਸੈਂਟਰਲ ਗਵਰਨਮੈਂਟ ਬੋਰਡ ਮਿਨੀਮਮ ਤੁਹਾਡੇ 50% ਮਾਰਕਸ ਹੋਣੇ ਚਾਹੀਦੇ ਨੇ। ਇਹਨਾਂ ਵਿੱਚ ਤੁਹਾਡੀ ਜਿਹੜੀ ਵੀ ਕੁਆਲੀਫਿਕੇਸ਼ਨ ਬਣਦੀ ਹੈ ਤੁਸੀਂ ਉਸ ਦੇ ਅਨੁਸਾਰ ਆਪਣੀ ਜੋ ਇਹ ਪੋਸਟ ਹੈ ਇਹਨੂੰ ਭਰ ਸਕਦੇ ਹੋ। ਪੇ ਸਕੇਲ ਇਸ ਦਾ ਵੀ ਜੋ ਗੌਰਮੈਂਟ ਦੇ ਵੱਲੋਂ 7th ਪੇ ਸਕੇਲ ਦਾ ਜੋ ਨੋਟਿਸ ਜਾਰੀ ਕੀਤਾ ਉਸ ਦੇ ਅਕੋਰਡਿੰਗ ਹੀ ਦਿੱਤਾ ਜਾਵੇਗਾ। ਅਗਲੀ ਪੋਸਟ ਹੈ ਲੋਅਰ ਡਿਵੀਜ਼ਨ ਕਲਰਕ। ਇਸ ਦਾ ਜੋ ਪੋਸਟ ਕੋਡ ਹੈ 66। ਇਸ ਦੇ ਵਿੱਚ ਤੁਹਾਨੂੰ ਜੋ ਟੋਟਲ ਪੋਸਟਾਂ ਨੇ 140 ਨੇ। ਇਹ ਲੋਅਰ ਡਿਵੀਜ਼ਨ ਕਲਰਕ ਅਤੇ ਟਾਈਪਿਸਟ ਜੋ ਹੈ ਪੋਸਟ ਇਸ ਦੇ ਲਈ 140 ਪੋਸਟਾਂ ਨੇ। ਇਸ ਦੇ ਵਿੱਚ ਤੁਹਾਨੂੰ ਜੋ ਕੁਆਲੀਫਿਕੇਸ਼ਨ ਹੈ ਫੁੱਲ ਟਾਈਮ ਰੈਗੂਲਰ ਕੋਰਸ ਡਿਗਰੀ ਤੁਹਾਡੀ ਕੋਈ ਵੀ ਹੋਣੀ ਚਾਹੀਦੀ ਹੈਗੀ। ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਤੁਸੀਂ ਬੈਚਲਰ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ, ਗ੍ਰੈਜੂਏਟ ਹੋਣੀ ਚਾਹੀਦੀ ਹੋਗੀ। ਇਹ ਤੁਹਾਡੀ ਡਿਗਰੀ ਅਪਰੂਵਡ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਇੰਸਟੀਟਿਊਸ਼ਨ ਤੋਂ। ਇਸ ਦੇ ਵਿੱਚ ਤੁਹਾਨੂੰ 50% ਮਾਰਕਸ ਤੁਹਾਡੇ ਹੋਣੇ ਚਾਹੀਦੇ ਹਨ ਘੱਟੋ ਘੱਟ ਐਂਡ ਤੁਹਾਡੇ ਕੋਲ ਪੋਜੈਸ ਸਰਟੀਫਿਕੇਟ ਐਟਲੀਸਟ 100 ਐਂਡ ਤੁਸੀਂ 120 ਘੰਟਿਆਂ ਦੇ ਜੋ ਕੰਪਿਊਟਰ ਸਰਟੀਫਿਕੇਟ ਹੈ ਤੁਹਾਡੇ ਕੋਲ ਉਹ ਵੀ ਹੋਣਾ ਚਾਹੀਦਾ, ਜੋ ਤੁਸੀਂ ਇਸ ਦੇ ਲਈ ਤੁਹਾਨੂੰ ਬਹੁਤ ਹੀ ਲੋੜੀਂਦਾ ਹੈ, ਜੋ ਕਿ ਤੁਸੀਂ ਜੋ ਇਹ ਗਾਈਡਲਾਈਨ ਹੈ ਇਸ ਦੇ ਅਕੋਰਡਿੰਗ ਇਸ ਦੇ ਵਿੱਚ ਦੇਣਾ ਹੈ। ਡੈਸਕ ਉਸ ਦੇ ਵਿੱਚ ਤੁਹਾਨੂੰ ਟੈਕਨੋਲੋਜੀ ਇਨ ਆਫਿਸ ਪ੍ਰੋਡਕਟੀਵਿਟੀ ਐਪਲੀਕੇਸ਼ਨ ਔਰ ਡੈਸਕਟਾਪ ਐਪਲੀਕੇਸ਼ਨ ਫਰੋਮ ਆ ਗਵਰਨਮੈਂਟ ਰੈਕਗਨਾਈਜ਼ਡ ਅਪਰੂਵਡ ਇੰਸਟੀਟਿਊਸ਼ਨ ਬੋਰਡ। ਇਸ ਦੇ ਵਿੱਚ ਵੀ ਜੋ ਪੇ ਸਕੇਲ ਦਿੱਤਾ ਗਿਆ ਹੈ, ਪੇ ਸਕੇਲ ਟੂ ਬੀ ਪੇਡ ਔਨ ਹਿਸ ਪੋਸਟ ਨਾਟ ਸ਼ੈਲ ਬੀ ਹਾਇਰ ਦੈਨ ਦੀ ਪੇ ਸਕੇਲ ਐਡਮਿਸਿਬਲ ਫਰੋਮ ਦਾ ਸਰਟੀਫਿਕੇਟ ਆਫ ਦ ਗਵਰਨਮੈਂਟ ਆਫ ਇੰਡੀਆ ਨੋਟੀਫਾਈਡ ਐਜ਼ ਪਰ ਦਾ 7th ਜੋ ਸੈਂਟਰਲ ਪੇ ਕਮਿਸ਼ਨ ਹੈ, ਜੋ ਡਿਪਾਰਟਮੈਂਟ ਆਫ ਫਾਈਨਾਂਸ ਨੇ ਪੰਜਾਬ ਨੇ ਇੱਕ ਨੋਟਿਸ ਕੱਢਿਆ ਸੀਗਾ 17/7/2020 ਨੂੰ, ਉਹਦੇ ਅਕੋਰਡਿੰਗ ਹੀ ਦਿੱਤਾ ਜਾਏਗਾ। ਇਸ ਦੇ ਵਿੱਚ ਜੋ ਤੁਹਾਡੀ ਹੋਰ ਕੁਆਲੀਫਿਕੇਸ਼ਨ ਹੈ, ਜੋ ਤੁਹਾਡਾ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਹੈ ਇਕੁਇਵਲੈਂਟ ਤੁਹਾਡਾ O ਲੈਵਲ ਸਰਟੀਫਿਕੇਟ ਹੋਣਾ ਚਾਹੀਦਾ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਅਕੋਮੋਡੇਸ਼ਨ ਆਫ ਕੰਪਿਊਟਰ ਕੋਰਸ DOEAC ਗਵਰਨਮੈਂਟ ਆਫ ਇੰਡੀਆ ਤੋਂ ਜੋ ਅਪਰੂਵਡ ਹੋਵੇ। ਤੁਹਾਡੇ ਕੋਲ 10ਵੀਂ ਦੇ ਲੈਵਲ ਤੱਕ 10th ਲੈਵਲ ਤੱਕ ਪੰਜਾਬੀ ਪਾਸ ਦਾ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਅਗਲੀ ਜੋ ਪੋਸਟ ਹੈ ਉਹ ਹੈ ਲੋਅਰ ਡਿਵੀਜ਼ਨ ਕਲਰਕ ਅਕਾਊਂਟੈਂਟਸ ਦੀ। ਇਸ ਦੇ ਵਿੱਚ ਤੁਹਾਨੂੰ ਹੈ ਤੁਹਾਡੀ ਪੋਸਟ ਕੋਡ ਹੈ ਉਹ ਹੈ 17 ਅਤੇ ਟੋਟਲ ਪੋਸਟਾਂ ਹਨ 40, ਜੋ ਕਿ ਇਸ ਦੇ ਵਿੱਚ ਕੁਆਲੀਫਿਕੇਸ਼ਨ ਹੈ ਫੁੱਲ ਟਾਈਮ ਤੁਹਾਡਾ ਰੈਗੂਲਰ ਬੈਚਲਰ ਆਫ ਕਮਰਸ BCA ਤੁਹਾਡੀ ਕੀਤੀ ਹੋਣੀ ਚਾਹੀਦੀ ਹੈਗੀ।
ਇਸ ਦੇ ਵਿੱਚ ਤੁਹਾਡੀ BCA ਕੀਤੀ ਹੋਣੀ ਚਾਹੀਦੀ ਹੈ। ਉਸ ਦੇ ਵਿੱਚ ਤੁਸੀਂ ਜੋ ਕਿਸੇ ਵੀ ਮਾਨਤਾ ਪ੍ਰਾਪਤ ਇੰਸਟੀਚਿਊਟ ਯੂਨੀਵਰਸਿਟੀ ਕਾਲਜ ਤੋਂ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਤੁਹਾਡੇ ਘੱਟੋ ਘੱਟ ਜੋ 50% ਮਾਰਕਸ ਨੇ ਉਹ ਹੋਣੇ ਚਾਹੀਦੇ ਨੇ। ਇਸ ਦੇ ਵਿੱਚ ਹੀ ਤੁਹਾਡੇ ਕੋਲ ਨਾਲ ਹੀ ਤੁਹਾਡੇ ਕੋਲ ਜੋ ਐਟਲੀਸਟ 120 ਘੰਟੇ ਦਾ ਜੋ 120 ਆਵਰ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ, ਜੋ ਬੇਸਿਕ ਆਪਣੀ ਹੁੰਦੀ ਹੈ ਕੰਪਿਊਟਰ, ਆਪਾਂ ਉਹਨੂੰ ਬੇਸਿਕ ਕਹਿ ਦਿੰਦੇ ਹਾਂ, ਜੋ ਆਪਣਾ ਕੋਰਸ ਹੁੰਦਾ ਗਾ ਕੰਪਿਊਟਰ ਬੇਸਿਕ। ਉਸ ਦੇ ਨਾਲ ਹੀ ਜੋ ਹੈ ਤੁਹਾਡਾ ਇਹ ਜੋ ਸਰਟੀਫਿਕੇਟ ਨੇ ਕੰਪਿਊਟਰ ਸਰਟੀਫਿਕੇਟ, ਇਹ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਸਰਟੀਫਿਕੇਟ ਤੁਹਾਡੇ O ਲੈਵਲ ਸਰਟੀਫਿਕੇਟ ਹੋਣੇ ਚਾਹੀਦੇ ਨੇ, ਜੋ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਐਂਡ ਅਕੋਮੋਡੇਸ਼ਨ ਕੰਪਿਊਟਰ ਕੋਰਸ ਤੋਂ DOE ਸੇ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵਡ ਹੋਣੇ, ਮਾਨਤਾ ਪ੍ਰਾਪਤ ਹੋਣੇ ਚਾਹੀਦੇ ਨੇ। ਇਹ ਤੁਹਾਡੇ ਜੋ ਸਰਟੀਫਿਕੇਟ ਨੇ ਇਹ IS ਕੰਪਿਊਟਰ ਦੇ ਜੋ ਵੀ ਤੁਹਾਡੇ ਸਰਟੀਫਿਕੇਟ ਨੇ ਇਹ ISO ਸਰਟੀਫਾਈਡ ਹੋਣੇ ਚਾਹੀਦੇ ਨੇਗੇ, ਜੋ ਕਿ ਮਾਨਤਾ ਪ੍ਰਾਪਤ ਹੁੰਦੇ ਨੇ। ਇਸ ਦੇ ਵਿੱਚ ਤੁਹਾਨੂੰ ਪੇ ਸਕੇਲ ਜੋ ਉੱਪਰ ਤੁਹਾਨੂੰ ਦੱਸਿਆ ਗਿਆ ਪੰਜਾਬ ਗੌਰਮੈਂਟ ਦੇ ਵੱਲੋਂ ਜੋ ਵੀ ਨੋਟਿਸ ਹੈ 7th ਪੇ ਸਕੇਲ ਦੇ ਅਕੋਰਡਿੰਗ, ਉਸ ਦੇ ਅਕੋਰਡਿੰਗ ਹੀ ਕਰਿਆ ਜਾਏਗਾ। ਅਗਲੀ ਜੋ ਮੇਨ ਇਸ ਦੇ ਵਿੱਚ ਇੰਪੋਰਟੈਂਟ ਨੋਟ ਹੈ ਜੋ ਹੈ ਪ੍ਰੋਬੇਸ਼ਨ ਪੀਰੀਅਡ ਦਾ। ਇਸ ਦੇ ਵਿੱਚ ਤੁਹਾਨੂੰ ਇੰਪੋਰਟੈਂਟ ਨੋਟ ਦਿੱਤਾ ਗਿਆ ਹੈ, ਉਪਰੋਕਤ ਅਸਾਮੀਆਂ ਦੇ ਨਿਯੁਕਤੀ ਉਪਰੰਤ ਪਰਖ ਕਾਲ ਦਾ ਸਮਾਂ 3 ਸਾਲ ਜਾਂ ਸਮੇਂ ਸਿਰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੋਵੇਗਾ ਅਤੇ ਪਰਖ ਕਾਲ ਦੇ ਸਮੇਂ ਦੌਰਾਨ ਦਫ਼ਤਰ ਕਿਰਤ ਕਮਿਸ਼ਨਰ ਅੰਕੜਾ ਸਾਖਿਆ ਪੰਜਾਬ ਸਰਕਾਰ SAS ਨਗਰ ਮੋਹਾਲੀ ਦੇ ਨੋਟੀਫਿਕੇਸ਼ਨ ਨੰਬਰ 27067 ਮਿਤੀ 4/11/2019 ਮੁਤਾਬਕ ਜਿਨ੍ਹਾਂ ਕੈਟੇਗਰੀਆਂ ਵਿੱਚ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਦੀ ਤਨਖਾਹ ਉਹਨਾਂ ਦੇ ਪਰਖ ਕਾਲ ਦੇ ਸਮੇਂ ਦੌਰਾਨ ਲੇਬਰ ਰੇਟਾਂ ਤੋਂ ਘੱਟ ਬਣਦੀ ਹੈ, ਉਹਨਾਂ ਨੂੰ ਪਰਖ ਕਾਲ ਸਮੇਂ ਦੌਰਾਨ ਉਕਤ ਹਦਾਇਤਾਂ ਮੁਤਾਬਕ ਮਿਨੀਮਮ ਵੇਜਸ ਐਕਟ 1948 ਤਹਿਤ ਅਦਾਇਗੀ ਕਰਨ ਯੋਗ ਹੋਵੇਗੀ ਅਤੇ ਇਸ ਤੋਂ ਇਲਾਵਾ ਪਰਖ ਕਾਲ ਸਮੇਤ ਵਧਿਆ ਹੋਇਆ ਪਰਖ ਕਾਲ ਜੇਕਰ ਕੋਈ ਵੀ ਸਮੇਂ ਦੌਰਾਨ ਸਿਵਾਏ ਮੈਡੀਕਲ ਰੀਇੰਬਰਸਮੈਂਟ ਬਿੱਲ ਦੇ ਸਫਰੀ ਭੱਤੇ ਤੋਂ ਇਲਾਵਾ ਕੋਈ ਵੀ ਭੱਤਾ ਨਹੀਂ ਮਿਲਣ ਯੋਗ ਹੋ ਗਿਆ। ਇਸ ਦੇ ਵਿੱਚ ਤੁਹਾਨੂੰ ਇਹ ਦਿੱਤਾ ਗਿਆ ਵੀ ਤੁਹਾਨੂੰ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਕਿਹੜੀਆਂ ਜੋ ਹਦਾਇਤਾਂ ਨੇ ਉਹ ਦੇਖਣੀਆਂ ਪੈਣਗੀਆਂ। ਜੋ ਅਗਲਾ ਨੋਟ ਹੈ ਇਸ ਦੇ ਵਿੱਚ ਉਹ ਹੈ ਲੇਬਰ ਰੇਟ ਪੋਸਟ ਦੇ ਅਨੁਸਾਰ ਲਾਗੂ ਹੋਵੇਗਾ, ਜੋ ਇਹ ਟੋਟਲ ਹੋਵੇਗਾ। ਇਸ ਦੇ ਵਿੱਚ ਜੋ ਅਗਲਾ ਪੁਆਇੰਟ ਹੈ PSTCL ਵੱਲੋਂ ਜੋ ਟੋਟਲ ਨੰਬਰ ਆਫ ਪੋਸਟਾਂ ਨੇ ਉਹ ਕਿਸੇ ਵੀ ਸਮੇਂ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਨੇਗੀਆਂ, ਜੋ CRA 10/2021 ਦੇ ਅਗੇਂਸਟ ਨੇ। ਇਸ ਦੇ ਵਿੱਚ ਜੋ ਵੀ ਮਤਲਬ ਗਿਣਤੀ ਜੋ ਪੋਸਟਾਂ ਦੀ ਉਹ ਘਟਾਈ ਜਾਂ ਵਧਾਈ ਜਾ ਸਕਦੀ ਹੈ। PSTCL ਦੇ ਕੋਲ ਇਸ ਦੇ ਜੋ ਹੱਕ ਹਨ। ਅਗਲੀ ਇਸ ਦੇ ਵਿੱਚ ਦਿੱਤਾ ਹੈ ਜੋ ਵੀ ਕੈਂਡੀਡੇਟ ਨੇ, ਇਸ ਦੇ ਵਿੱਚ ਜੋ ਮੇਨ ਹੈ ਕਿ ਤੁਸੀਂ ਫਾਰਮ ਭਰਨ ਤੋਂ ਪਹਿਲਾਂ ਜੋ ਆਪਣੀ ਕੈਟੇਗਰੀ ਆ ਉਹ ਬਹੁਤ ਹੀ ਧਿਆਨ ਦੇ ਨਾਲ ਭਰਨੀ ਆ। ਉਹ ਕੈਟੇਗਰੀ ਦੁਬਾਰਾ ਚੇਂਜ ਨਹੀਂ ਹੋਵੇਗੀ ਜੋ ਤੁਸੀਂ ਇੱਕ ਵਾਰ ਫਾਰਮ ਦੇ ਵਿੱਚ ਭਰ ਦਿੱਤੀ। ਸੋ ਸਭ ਤੋਂ ਪਹਿਲਾਂ ਇਹ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਆਪਣੀ ਕੈਟੇਗਰੀ ਸਿਲੈਕਟ ਕਰਨੀ ਆ, ਤੁਹਾਡੀ ਕਿਹੜੀ ਕੈਟੇਗਰੀ ਆ, ਦੁਬਾਰਾ ਉਹ ਚੇਂਜ ਨਹੀਂ ਹੋਵੇਗੀ। ਇਹ ਇਹਨਾਂ ਨੇ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ। ਆਹ ਡਿਟੇਲਸ ਵਨਸ ਫਿਲਡ ਕੈਨ ਨਾਟ ਬੀ ਐਡਿਟਡ। ਜੋ ਵੀ ਤੁਸੀਂ ਡਿਟੇਲ ਭਰ ਦਿੱਤੀਆਂ ਇੱਕ ਵਾਰ ਤੁਹਾਨੂੰ ਚੈੱਕ ਕਰਨ ਦਾ ਮੌਕਾ ਦਿੱਤਾ ਜਾਵੇਗਾ। ਫਾਈਨਲ ਸਬਮਿਟ ਤੋਂ ਬਾਅਦ ਤੁਹਾਡੀ ਕੋਈ ਵੀ ਡਿਟੇਲ ਇੱਥੇ ਐਡਿਟ ਨਹੀਂ ਹੋਵੇਗੀ। ਜੋ ਕੁਆਲੀਫਿਕੇਸ਼ਨ ਹੈ ਉਹ ਤੁਸੀਂ ਜੋ ਤੁਹਾਡੀ ਇਸ ਦੇ ਵਿੱਚ ਤੁਹਾਨੂੰ ਉੱਪਰ ਡਿਟੇਲ ਦੇ ਵਿੱਚ ਦੱਸਿਆ ਗਿਆ ਕਿਹੜੀ ਪੋਸਟ ਦੇ ਲਈ ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਤੁਹਾਡੀ ਉਨੀ ਹੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਜੇ ਤੁਹਾਡੇ ਕੋਲ ਉਹ ਉਨੀ ਕੁਆਲੀਫਿਕੇਸ਼ਨ ਨਹੀਂ ਹੈ ਤਾਂ ਤੁਸੀਂ ਉਸ ਪੋਸਟ ਦੇ ਲਈ ਐਲੀਜੀਬਲ ਨਹੀਂ ਹੋ। ਇਸ ਲਈ ਸਭ ਤੋਂ ਪਹਿਲਾਂ ਆਪਣੀ ਜੋ ਯੋਗਤਾ ਹੈ, ਤੁਸੀਂ ਕਿਹੜੀ ਡਿਗਰੀ ਕੀਤੀ ਹੈ, ਕਿੰਨੀ ਪੜ੍ਹਾਈ ਕੀਤੀ ਹੈ, ਉਹ ਸਾਰਾ ਚੈੱਕ ਕਰ ਲੈਣਾ ਹੈ। ਤੁਹਾਨੂੰ ਪੰਜਾਬੀ ਦੀ ਨੌਲੇਜ ਹੈ ਜੋ 10ਵੀਂ ਦੇ ਪੱਧਰ ਤੱਕ ਹੋਣੀ ਬਹੁਤ ਜ਼ਰੂਰੀ ਹੈ। ਅਗਲਾ ਪੁਆਇੰਟ ਹੈ ਜੋ ਏਜ ਲਿਮਟ। ਏਜ ਲਿਮਟ ਦੀ ਜੇ ਇਸ ਵਿੱਚ ਹੈ ਤੁਹਾਡੀ ਜੋ 1/1/2021 ਤੱਕ AEOT ਇਲੈਕਟ੍ਰੀਕਲ, AEOT ਸਿਵਲ, ਅਕਾਊਂਟੈਂਟ ਆਫਿਸਰ, ਅਸਿਸਟੈਂਟ ਮੈਨੇਜਰ HR ਐਂਡ ਅਸਿਸਟੈਂਟ ਮੈਨੇਜਰ IT ਤੁਹਾਡੀ 20 ਤੋਂ 37 ਸਾਲ ਉਮਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਤੁਹਾਡੀ ਐਲੀਜੀਬਿਲਟੀ ਜੋ ਏਜ ਲਿਮਟ ਹੈ ਉਹ 1/1/2021 ਤੱਕ ਮੰਨੀ ਜਾਵੇਗੀ। ਡਿਵੀਜ਼ਨਲ ਅਕਾਊਂਟੈਂਟ, ਜੂਨੀਅਰ ਇੰਜੀਨੀਅਰ ਸਬ ਸਟੇਸ਼ਨ, ਜੂਨੀਅਰ ਇੰਜੀਨੀਅਰ ਸਿਵਲ, ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ, ਟੈਲੀਫੋਨ ਮਕੈਨਿਕ, LDC ਟਾਈਪਿਸਟ ਐਂਡ LDC ਅਕਾਊਂਟੈਂਟ ਬਿੱਲ ਵੀ ਜਿਹੜੀ ਤੁਹਾਡੀ ਉਮਰ ਆ ਉਹ 18 ਤੋਂ 37 ਸਾਲ ਹੋਵੇ। ਅਗਲਾ ਜੋ ਪੁਆਇੰਟ ਹੈ ਏਜ ਰਿਲੈਕਸੇਸ਼ਨ ਜੋ ਲਿਮਟ ਹੈ ਉਹ ਸਿਰਫ ਉਹਨਾਂ ਕੈਂਡੀਡੇਟ ਨੂੰ ਮਿਲੇਗੀ ਜਿਹੜੇ ਕੈਂਡੀਡੇਟ ਪੰਜਾਬ ਦੇ ਡੋਮਿਸਾਈਲ ਨੇ, ਜਿੱਦਾਂ ਕਿ SC ਕੈਟੇਗਰੀ ਔਰ ਬੈਕਵਰਡ ਕਲਾਸ ਦੇ ਵਿੱਚ 5 ਸਾਲ ਜਾਂ ਨੋਰਮਲ ਅਵਾਬਾ ਐਂਡ ਨੋਰਮਲ ਰਿਕਰੂਟਮੈਂਟ ਏਜ ਹੁੰਦੀ ਹੈ। ਐਕਸ ਸਰਵਿਸਮੈਨ ਦੀ ਇਸੇ ਤਰ੍ਹਾਂ ਡਿਟੇਲ ਦਿੱਤੀ ਹੋਈ ਹੈ, ਤੁਸੀਂ ਸਾਰੇ ਚੈੱਕ ਕਰ ਸਕਦੇ ਹੋ। ਜੋ ਫਿਜ਼ੀਕਲੀ ਹੈਂਡੀਕੈਪਟ ਨੇ ਇਹਨਾਂ ਨੂੰ 10 ਸਾਲ ਜਾਂ ਜੋ ਇਹਨਾਂ ਦੀ ਪੋਸਟ ਦੇ ਅਕੋਰਡਿੰਗ
ਹੁੰਦੀ ਹੈ ਉਸ ਦੇ ਅਕੋਰਡਿੰਗ ਇਹਨਾਂ ਨੂੰ ਦਿੱਤੀ ਜਾਵੇਗੀ। ਬਾਕੀ ਇਹ ਤੁਹਾਨੂੰ ਤੁਸੀਂ ਸਾਰੀ ਡਿਟੇਲ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ। ਇੱਥੇ ਦੇਖ ਸਕਦੇ ਹੋ ਵੀ ਲਿਖਿਆ ਹੋਇਆ ਹੈਗਾ ਜੋ ਵੀਡੀਓਜ਼ ਜੋ ਤਲਾਕਸ਼ੁਦਾ ਹੁੰਦੇ ਨੇਗੇ ਉਹਨਾਂ ਦਾ ਸਾਰੀ ਜੋ ਡਿਟੇਲ ਹੈ ਇੱਥੇ ਦਿੱਤੀ ਗਈ ਹੈ। ਇਸ ਦੇ ਵਿੱਚ ਅੱਗੇ ਹੈ ਰਿਜ਼ਰਵੇਸ਼ਨ ਆਫ ਪੋਸਟਸ ਆਫ ਕੈਂਡੀਡੇਟਸ ਫਰੋਮ ਦੀ ਡੋਮਿਸਾਈਲ ਓਨਲੀ। ਰਿਜ਼ਰਵੇਸ਼ਨ ਸਿਰਫ ਜੋ ਪੰਜਾਬ ਦੇ ਡੋਮਿਸਾਈਲ ਹੁੰਦੇ ਨੇਗੇ ਉਹਨਾਂ ਨੂੰ ਹੀ ਮਿਲੇਗੀ, ਹੋਰ ਕਿਸੇ ਨੂੰ ਨਹੀਂ ਮਿਲੇਗੀ। ਇਹ ਰਿਜ਼ਰਵੇਸ਼ਨ ਦੇ ਲਈ ਤੁਹਾਡੇ ਕੋਲ SC BC ਦੇ ਲਈ ਤੁਹਾਡੇ ਕੋਲ ਸਰਟੀਫਿਕੇਟ ਐਜ਼ ਪਰ ਦੀ ਇੰਸਟੀਟਿਊਸ਼ਨ ਆਫ ਕੰਸਰਨ ਡਿਪਾਰਟਮੈਂਟ ਦੇ ਵੱਲੋਂ ਤੁਹਾਡੇ ਕੋਲ ਹੋਣਾ ਚਾਹੀਦਾ, ਜੋ ਕੰਸਰਨ ਡਿਪਾਰਟਮੈਂਟ ਦੇ ਵੱਲੋਂ ਤੁਹਾਨੂੰ ਜਾਰੀ ਕੀਤਾ ਜਾਂਦਾ ਤੁਹਾਡੀ ਜੋ ਰਿਜ਼ਰਵੇਸ਼ਨ ਸੰਬੰਧੀ ਜੋ ਜਿਸ ਨੂੰ ਆਪਾਂ ਕਾਸਟ ਸਰਟੀਫਿਕੇਟ ਆਖਦੇ ਹਾਂ। ਇਸੇ ਤਰ੍ਹਾਂ ਐਕਸ ਸਰਵਿਸਮੈਨ ਦੇ ਵਿੱਚ ਵੀ ਤੁਹਾਡੇ ਕੋਲ ਐਕਸ ਸਰਵਿਸਮੈਨ ਵੈਲਫੇਅਰ ਆਫਿਸਰ ਵੱਲੋਂ ਜਾਰੀ ਕੀਤਾ ਸਰਟੀਫਿਕੇਟ ਹੋਣਾ ਚਾਹੀਦਾ। ਫਰੀਡਮ ਫਾਈਟਰ ਦਾ ਵੀ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ। ਪੰਜਾਬ ਗੌਰਮੈਂਟ ਦੇ ਵੱਲੋਂ ਜੋ ਇੰਸਟੀਟਿਊਟ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਗਾ ਸੰਸਥਾ ਵੱਲੋਂ। ਸਪੋਰਟਸ ਪਰਸਨ ਦੇ ਵੀ ਤੁਹਾਡੇ ਕੋਲ ਜੋ ਸਰਟੀਫਿਕੇਟ ਆ ਉਹ ਡਾਇਰੈਕਟਰ ਵੱਲੋਂ ਜਾਰੀ ਕੀਤਾ ਹੋਣਾ ਚਾਹੀਦਾ ਗਾ ਸਪੋਰਟਸ ਡਿਪਾਰਟਮੈਂਟ ਆਫ ਪੰਜਾਬ ਵੱਲੋਂ। ਫਿਜ਼ੀਕਲੀ ਹੈਂਡੀਕੈਪਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋਗੇ ਵੀ ਤੁਹਾਡਾ ਜੋ ਸਰਟੀਫਿਕੇਟ ਹੈ ਉਹ ਤੁਹਾਡੇ ਕੋਲ ਜਾਰੀ ਕੀਤਾ ਹੋਣਾ ਚਾਹੀਦਾ ਅਤੇ ਉਹ ਜੋ ਇਸ ਦੇ ਵਿੱਚ ਹਦਾਇਤਾਂ ਹਨ ਨੋਟੀਫਿਕੇਸ਼ਨ ਦੇ ਵਿੱਚ ਉਸ ਦੇ ਅਕੋਰਡਿੰਗ ਹੀ ਤੁਹਾਡਾ ਜੋ ਤੁਸੀਂ ਉਹਨੂੰ ਫਿਲ ਕਰ ਸਕਦੇ ਹੋ ਆਪਣੀ ਪੋਸਟ 'ਤੇ। ਜੋ EWS ਹੈ ਜੋ ਇਕਨੋਮਿਕਲ ਵੀਕਰ ਸੈਕਸ਼ਨ ਹੈ ਉਸ ਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਤੁਸੀਂ ਉਸ ਪੋਸਟ ਨੂੰ ਨਹੀਂ ਫਿਲ ਕਰ ਸਕਦੇ। ਇਹ ਤੁਹਾਨੂੰ ਜੋ ਵੀ ਰਿਜ਼ਰਵੇਸ਼ਨ ਕੈਟਾਗਰੀਜ਼ ਨੇ ਇਹਨਾਂ ਵਿੱਚ ਤੁਹਾਡੇ ਕੋਲ ਉਸ ਦਾ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ। ਅੱਗੇ ਜੋ ਇਸਦਾ ਸਿਲੈਕਸ਼ਨ ਪ੍ਰੋਸੈਸ ਹੈ ਉਸ ਦੇ ਵਿੱਚ ਵੀ ਜੋ ਮੇਨ ਜੋ ਡਿਟੇਲ ਦੱਸੀ ਗਈ ਹੈ ਜੋ ਪੋਸਟ ਕੋਡ ਹੈ ਅਸਿਸਟੈਂਟ ਇੰਜੀਨੀਅਰ ਇਲੈਕਟ੍ਰੀਕਲ ਤੁਹਾਨੂੰ ਜੋ 60 ਮਾਰਕਸ ਆਉਣਗੇ ਐਜ਼ ਪਰ ਐਜੂਕੇਸ਼ਨ ਕੁਆਲੀਫਿਕੇਸ਼ਨ ਜੋ ਤੁਸੀਂ ਡਿਗਰੀ ਦੇ ਆਪਣੀ ਜੋ ਡਿਗਰੀ ਦੇ ਵਿੱਚ ਸਬਜੈਕਟ ਪੜ੍ਹੇ ਨੇਗੇ ਉਸ ਦੇ ਵਿੱਚ ਤੁਹਾਨੂੰ 60 ਨੰਬਰ ਆਉਣਗੇ। ਉਸ ਤੋਂ ਇਲਾਵਾ ਜਨਰਲ ਨੌਲੇਜ, ਅਵੇਅਰਨੈਸ, ਰੀਜਨਿੰਗ, ਨੂਮੈਰੀਕਲ ਐਬਿਲਿਟੀ, ਇੰਗਲਿਸ਼ ਲੈਂਗੁਏਜ ਵਿੱਚ ਤੁਹਾਨੂੰ 40 ਨੰਬਰਾਂ ਦੀ ਆਵੇਗੀ। ਪੇਪਰ ਦਾ ਜੋ ਮੀਡੀਅਮ ਹੋਵੇਗਾ ਉਹ ਇੰਗਲਿਸ਼ ਰਹੇਗਾ। ਜਿੰਨੇ ਵੀ ਆਪਾਂ ਤੁਸੀਂ ਦੇਖ ਸਕਦੇ ਹੋਗੇ ਜਿੰਨੇ ਵੀ ਜੌਬਸ ਨੇ ਅਸਿਸਟੈਂਟ ਇੰਜੀਨੀਅਰ ਸਿਵਲ, ਅਕਾਊਂਟ ਆਫਿਸਰ, ਅਸਿਸਟੈਂਟ ਮੈਨੇਜਰ IT, ਡਿਵੀਜ਼ਨਲ ਅਕਾਊਂਟੈਂਟ, ਜੂਨੀਅਰ ਇੰਜੀਨੀਅਰ ਸਬਸਟੇਸ਼ਨ, ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ, ਜੂਨੀਅਰ ਇੰਜੀਨੀਅਰ ਸਿਵਲ, ਟੈਲੀਫੋਨ ਮਕੈਨਿਕ, ਲੋਅਰ ਡਿਵੀਜ਼ਨ ਕਲਰਕ ਟਾਈਪਿਸਟ, ਜਿਨ੍ਹਾਂ ਦੀ ਕਿ ਮੈਂ ਤੁਹਾਨੂੰ ਡਿਟੇਲਡ ਜੋ ਕੁਆਲੀਫਿਕੇਸ਼ਨ ਹੈ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸ ਚੁੱਕਿਆ ਗਾ। ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੀ ਜੋ ਕੋਈ ਵੀ ਜੋ ਇਸ ਦੇ ਵਿੱਚੋਂ ਗੱਲ ਰਹਿ ਨਾ ਜਾਵੇ ਅਤੇ ਤੁਹਾਨੂੰ ਬਾਅਦ ਦੇ ਵਿੱਚ ਉਸ ਗੱਲ ਦਾ ਨਾ ਪਤਾ ਲੱਗੇ। ਅਤੇ ਇਸ ਨੂੰ ਅੰਤ ਤੱਕ ਜ਼ਰੂਰ ਦੇਖਣਾ। ਇਸ ਦੇ ਵਿੱਚ ਜੋ ਸਾਰੇ ਐਜੂਕੇਸ਼ਨ ਕੁਆਲੀਫਿਕੇਸ਼ਨ ਸਬਜੈਕਟ ਦੇ ਮਾਰਕਸ ਨੇ ਉਹ 60 ਨੰਬਰ ਹੋਣਗੇ ਅਤੇ ਜੋ ਰੀਜਨਿੰਗ ਐਬਿਲਿਟੀ ਵਿੱਚ 40 ਮਾਰਕਸ ਹੋਣਗੇ। ਇੰਗਲਿਸ਼ ਦੇ ਵਿੱਚ ਤੁਹਾਡਾ ਜੇ ਸਾਰਾ ਪੇਪਰ ਹੋਵੇਗਾ ਇਸ ਦੇ ਵਿੱਚ ਤੁਹਾਡੀ ਜੋ ਵੀ ਉਸ ਤੋਂ ਬਾਅਦ ਸਟੈਟਿਕ ਲੋਅਰ ਡਿਵੀਜ਼ਨ ਜੋ ਟਾਈਪਿਸਟ ਕਲਰਕ ਦਾ ਹੋਵੇਗਾ ਇਸ ਦੇ ਵਿੱਚ ਤੁਹਾਡਾ ਜੋ ਸਿਲੇਬਸ ਹੋਵੇਗਾ ਉਹ ਥੋੜ੍ਹਾ ਜਿਹਾ ਵੱਖਰਾ ਹੋਵੇਗਾ। ਇਸ ਦੇ ਵਿੱਚ ਤੁਹਾਨੂੰ ਸਟੈਟਿਕ, ਕਰੰਟ ਅਫੇਅਰ, ਜਨਰਲ ਨੌਲੇਜ 20 ਨੰਬਰ, ਬਾਇਓ ਬੇਸਿਕ ਕੰਪਿਊਟਰ ਨੌਲੇਜ 10 ਨੰਬਰ, ਲੌਜੀਕਲ ਰੀਜਨਿੰਗ, ਕੁਆਂਟੀਟਿਵ ਐਪਟੀਟਿਊਡ ਦਾ 25 ਨੰਬਰ ਹੋਣਗੇ, ਨੂਮੈਰੀਕਲ ਐਪਟੀਟਿਊਡ ਦੇ 25 ਨੰਬਰ, ਜਰਨਲ ਇੰਗਲਿਸ਼ ਦੇ 20 ਨੰਬਰ ਹੋਣਗੇ। ਮੀਡੀਅਮ ਤੁਹਾਨੂੰ ਇਸ ਦੇ ਵਿੱਚ ਇੰਗਲਿਸ਼ ਰਹੇਗਾ। ਸਿਰਫ ਜੋ ਤੁਹਾਡੀ ਪੋਸਟ ਹੈ ਟੈਲੀਫੋਨ ਮਕੈਨਿਕ ਦੀ ਇਸ ਦੇ ਵਿੱਚ ਤੁਹਾਡਾ ਜੋ ਮੀਡੀਅਮ ਹੈ ਇੰਗਲਿਸ਼ ਐਂਡ ਪੰਜਾਬੀ ਰਹੇਗਾ, ਬਾਕੀ ਤੁਹਾਡਾ ਮੀਡੀਅਮ ਸੇਮ ਰਹੇਗਾ। ਇਸੇ ਤਰ੍ਹਾਂ ਤੁਸੀਂ ਜੋ ਸਾਰਾ ਜੋ ਟੈਸਟ ਦਾ ਤੁਹਾਡਾ ਤਰੀਕਾ ਹੈ ਤੁਹਾਡਾ ਜੋ ਟੈਸਟ ਹੈ ਉਹ ਔਨਲਾਈਨ ਕੰਪਿਊਟਰ ਬੇਸਡ ਟੈਸਟ ਹੋਵੇਗਾ। ਇਸ 'ਤੇ ਜੋ ਅਪਲਾਈ ਤੁਸੀਂ ਕਰ ਸਕਦੇ ਹੋ PSTCL ਦੀ ਵੈਬਸਾਈਟ 'ਤੇ ਜਾ ਕੇ। ਉੱਥੇ ਰਿਕਰੂਟਮੈਂਟ ਸੈਕਸ਼ਨ ਦੇ ਵਿੱਚ CRA 10/2021 ਦੇ ਵਿੱਚ ਉੱਥੇ ਤੁਹਾਨੂੰ ਇੰਸਟਰਕਸ਼ਨ ਪਹਿਲਾਂ ਤੁਸੀਂ ਇੰਸਟਰਕਸ਼ਨ ਜ਼ਰੂਰ ਪੜ੍ਹ ਲੈਣੀਆਂ ਨੇ ਤਾਂ ਕਿ ਤੁਹਾਡੇ ਤੋਂ ਕੋਈ ਵੀ ਗਲਤੀ ਨਾ ਹੋ ਜਾਵੇ। ਇਸ ਦੇ ਵਿੱਚ ਜੋ ਮੇਨ ਡਿਟੇਲ ਨੇ ਨੇਮ, ਮੋਬਾਈਲ ਨੰਬਰ, ਈਮੇਲ ID ਇਹ ਤੁਹਾਡੀਆਂ ਸਾਰੀਆਂ ਸਬਮਿਟ ਬਟਨ 'ਤੇ ਕਲਿੱਕ ਕਰੋਗੇ ਇਹ ਤੁਹਾਡੀਆਂ ਦੁਬਾਰਾ ਚੇਂਜ ਨਹੀਂ ਹੋਣੀਆਂ। ਚੈੱਕ ਐਪਲੀਕੇਸ਼ਨ ਦਾ ਜੋ ਸੀਕੁਐਂਸ ਨੰਬਰ ਹੈ, ਯੂਜ਼ਰ ID ਇਹ ਤੁਸੀਂ ਆਪਣੇ ਕੋਲ ਨੋਟ ਕਰ ਲਿਓ। ਤੁਹਾਨੂੰ ਫਿਰ ਦੁਬਾਰਾ ਲੌਗਇਨ ਕਰਨ ਦੇ ਲਈ ਇਹ ਦੋਨੇ ਜੋ ਲੌਗਇਨ ID ਐਂਡ ਪਾਸਵਰਡ ਹੋਊਗਾ ਇਹ ਤੁਹਾਨੂੰ ਇਹਨਾਂ ਦੀ ਜ਼ਰੂਰਤ ਪਵੇਗੀ। ਇਸ ਦੇ ਵਿੱਚ ਤੁਹਾਨੂੰ ਫੋਟੋ ਐਂਡ ਸਿਗਨੇਚਰ ਅਪਲੋਡ ਕਰਨੇ ਪੈਣਗੇ। ਤੁਹਾਨੂੰ ਅਖੀਰ ਦੇ ਵਿੱਚ ਜਾ ਕੇ ਇੱਕ ਪ੍ਰੀਵਿਊ ਮਤਲਬ ਤੁਹਾਡਾ ਜੋ ਤੁਸੀਂ ਫਾਰਮ ਭਰਿਆ ਉਸ ਦੀ ਸਾਰੀ ਡਿਟੇਲ ਇੱਕ ਵਾਰ ਵਿੱਚ ਦਿਖਾਈ ਦੇਵੇਗੀ। ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਤੁਹਾਡੀ ਡਿਟੇਲ ਸਹੀ ਹੈ। ਜੇ ਤੁਹਾਡੀ ਡਿਟੇਲ ਸਹੀ ਨਹੀਂ ਹੈ, ਕੋਈ ਤੁਹਾਨੂੰ ਗਲਤੀ ਲੱਗਦੀ ਹੈ ਤਾਂ ਤੁਸੀਂ ਉਸ ਨੂੰ ਬੈਕ ਕਰਕੇ ਉਸ ਨੂੰ ਸਹੀ ਕਰ ਸਕਦੇ ਹੋ ਅਤੇ ਇੱਕ ਵਾਰ ਜਦ ਫਾਈਨਲ ਸਬਮਿਟ ਹੋ ਗਿਆ ਤਾਂ ਤੁਸੀਂ ਉਸ ਨੂੰ ਦੁਬਾਰਾ ਉਸ ਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ। ਸਭ ਤੋਂ ਜੋ ਮੇਨ ਪੁਆਇੰਟ ਹੈ ਆਪਣੀ ਜੋ ਕੈਟੇਗਰੀ ਹੈ ਉਸ ਨੂੰ ਬਹੁਤ ਹੀ ਧਿਆਨ ਨਾਲ ਭਰਨਾ ਹੈ, ਉਹ ਦੁਬਾਰਾ ਚੇਂਜ ਨਹੀਂ ਹੋਵੇਗੀ।
बाकी तुसी जो इसकी जो पेमेंट हैगी वो कर सकते हो मेक पेमेंट थ्रू डेबिट कार्ड, नैट बैंकिंग, क्रेडिट कार्ड है। प्रैस सबमिट बटन और अपनी जो उस तो बाद प्रिंट कर लेना है इसका जो नॉलेजमेंट स्लिप होगी। इसकी कोई भी हार्ड कापी किते सेंड नहीं करनी है, सिर्फ तो असी अपना ऑनलाइन ही फॉर्म फिल करना है। उसके अकॉर्डिंग तुसी जो इसके विच अगली जो है वो तुसी देख सकते हो। अपनी जो ईमेल आईडी है तुसी वही एंटर करनी है जो तुहाडी ईमेल आईडी वैलिड होवे, मोबाइल नंबर जो तुहाडा वैलिड होवे, चलदा होवे। सारी जो डिटेल है तुसी अपनी उत्थे सही फिल करनी है। रीसेंट जो तुहाडी फोटोग्राफ है वो 3 हफ्तिਆਂ ਤੋਂ पुरानी ना होवे, तुहाडी लेटेस्ट होवे। जो तुहाडे सिग्नेचर ने वो ब्लैक इंक पैन दे नाल होने चाहिए ने JPG फॉर्मेट दे विच। पहलां तुसी किसी भी वाइट पेपर ते सिग्नेचर करके उसनूं स्कैन करके अपलोड करना है। जो फीस है वो नॉन रिफंडेबल है। फीस दे लई जो सारियां कैटेगरियां ने EWS SC एंड परसन विद डिसेबिलिटी छड्ड के उन्हां दी 1200 फीस है। एप्लीकेबल GST वो 18% लगेगा। बैंक चार्जिज एज पर एप्लीकेबल तो जो टोटल बैंक चार्जिज बनते हैं 1416 प्लस बैंक चार्जिज जो फीस होगी। SC कैटेगरी के लिए जो फीस है 480 एप्लीकेशन फीस प्लस 18% GST का जो बनता 86 रुपये। बैंक चार्जिज के जो होंगे वो जो लगणगे वो अकॉर्डिंग टोटल फीस 566 प्लस बैंक चार्जिज। परसन विद डिसेबिलिटी 600 प्लस 108 708 रुपये टोटल फीस हो जाएगी। उसके नाल जो बैंक चार्जिज होंगे वो होगी। EWS कैटेगरी के 480 रुपये प्लस 86 रुपये फीस जो होगी। 566 प्लस बैंक चार्जिज होंगे। यह बहुत ही ध्यान दे नाल जो फिल करना है। उस तो अगे तुसीं ये जो सारी डिटेल है ये तुसीं अपनी चैक कर सकते होंगे ऑफिशियल वैबसाइट पर जाके। दोस्तों तुहानू जेकर इस वीडियो के विच जानकारी जो दी गई है इस पोस्ट दे जो भर्ती आई है रिगार्डिंग तो तुसी इस वीडियो नू वध तो वध शेयर करो, लाइक करो। अते जेकर तुसी अजे तक इस चैनल नू सबसक्राइब नहीं किया तो चैनल नू सबसक्राइब करो अते उसके नाल ही जो घंटी वाला बटन है उसके उत्ते भी क्लिक करके आल नोटिफिकेशन ऑन करो तो जो तुहानू जो भी इसके रिगार्डिंग जो भी लेटेस्ट वीडियोज़ आउणगियां उन्हां सब का नोटिफिकेशन सब तो पहला मिल सके। दोस्तों इस वीडियो में वध तो वध शेयर करो सोशल मीडिया ते WhatsApp Facebook Instagram वध तो वध अपने फ्रेंड्स में शेयर करो तो जो तुहानू जो इस वीडियो में जो भी जानकारी दी गई है इस पूरी जानकारी वो भी हासिल कर सकन ताकि उन्हों का भी फायदा हो सके।